ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਅੱਜ ਸਰਦਾਰ ਓਸ਼ਨ ਸਿੰਘ ਜੀ ਸਾਡੇ ਨਾਲ ਜੁੜੇ ਨੇ ਤੇ ਅਸੀਂ ਮੈਂ ਆਪਣੀ ਗੱਲ ਦੱਸਾਂ, ਅਸੀਂ ਇੱਕ ਕੈਂਪ ਤੇ ਮਿਲੇ ਸੀ, ਗੁਰਮਤ ਕੈਂਪ ਤੇ ਮਿਲੇ ਸੀ ਪੰਜਾਬ, ਤੇ ਅਸੀਂ ਭਾਈ ਸਾਹਿਬ ਜੀ ਨੂੰ ਰਿਕੁਐਸਟ ਕੀਤੀ ਸੀ ਕਿ ਆਪ ਜਦੋਂ ਪੰਜ ਤਖਤ ਯਾਤਰਾ ਤੇ ਆਇਓ, ਜਦੋਂ ਤੁਸੀਂ ਕਰੋਗੇ ਪੰਜ ਤਖਤ ਯਾਤਰਾ ਤੁਸੀਂ ਕਸ਼ਮੀਰ ਵੀ ਆਇਓ। ਤੇ ਹੁਣ ਅਸੀਂ ਭਾਈ ਸਾਹਿਬ ਨਾਲ ਗੱਲ ਕਰਾਂਗੇ। ਭਾਈ ਸਾਹਿਬ ਜੀ, ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪ ਜੀ ਦੱਸੋ ਸਾਨੂੰ ਕਿ ਆਪ ਜੀ ਨੇ ਅੰਮ੍ਰਿਤ ਛਕਿਆ ਹੈ, ਤਾਂ ਅਸੀਂ ਸਟਾਰਟਿੰਗ ਤੋਂ ਆਪ ਜੀ ਦੀ ਗੱਲ ਕਰਦੇ ਹਾਂ। ਤੁਸੀਂ ਮੈਨੂੰ ਦੱਸੋ ਕਿ ਜਦੋਂ ਆਪ ਜੀ ਨੇ ਅੰਮ੍ਰਿਤ ਛਕਿਆ, ਤੁਹਾਡੇ ਦਿਮਾਗ ਵਿੱਚ ਕੀ ਆਇਆ ਕਿ ਆਪ ਜੀ ਤੁਸੀਂ ਅੰਮ੍ਰਿਤ ਛਕਿਆ, ਮਤਲਬ ਕਿ ਡਿਸੀਜਨ ਤੁਹਾਡੇ ਦੋਵੇਂ ਕਿਵੇਂ ਸਟ੍ਰਾਈਕ ਕੀਤਾ ਕਿ ਮੈਂ ਅੰਮ੍ਰਿਤ ਪਾਨ ਕਰਨਾ ਹੈ, ਠੀਕ ਹੈ? ਅਤੇ ਪਹਿਲੀ ਜਿਹੜੀ ਅੰਮ੍ਰਿਤ ਪਾਨ ਕਰਨ ਤੋਂ ਪਹਿਲਾਂ ਦੀ ਜਿਹੜੀ ਲਾਈਫ ਸੀ ਉਹ ਕਿਹੋ ਜਿਹੀ ਸੀ ਤੇ ਆ ਜਿਹੜੀ ਲਾਈਫ ਹੈ ਕਿਹੋ ਜਿਹੀ ਹੈ, ਡਿਫਰੈਂਸ ਕੀ ਨੇ, ਆਪ ਜੀ ਸੰਗਤ ਨਾਲ ਸ਼ੇਅਰ ਕਰੋ। ਜੀ ਵਾਹਿਗੁਰੂ। ਸੰਗਤ ਜੀ, ਦਾਸ ਦਾ ਨਾਮ ਹੈ ਕੋਚ ਓਸ਼ਨ ਸਿੰਘ, ਤੇ ਇਹ ਓਸ਼ਨ ਸਿੰਘ ਨਾਮ ਜੋ ਹੈ ਅੰਮ੍ਰਿਤ ਛਕਣ ਤੋਂ ਬਾਅਦ ਉਹ ਨਾਮ ਮਹਾਰਾਜ ਦੀ ਕਿਰਪਾ ਨਾਲ ਮਿਲਿਆ ਹੈਗਾ। ਤੇ ਪਹਿਲੇ ਨਾਮ ਸੀਗਾ ਦਾਸ ਦਾ ਸਾਗਰ। ਆਈ ਬਿਲੋਂਗ ਟੂ ਗੁਜਰਾਤੀ ਫੈਮਿਲੀ, ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦਾ। ਤੇ 2011 ਚ ਮੈਂ ਸਿੱਖ ਜੋ ਇਤਿਹਾਸ ਪੜ੍ਹਨਾ, ਸੁਣਨਾ ਤੇ ਇੰਟਰੈਕਸ਼ਨ ਵਿਦ ਦ ਸਿੱਖ ਉਹ ਮੇਰਾ ਸ਼ੁਰੂ ਹੋਇਆ ਸੀਗਾ। ਬਿਕੋਜ਼ ਜਦੋਂ ਗੁਜਰਾਤ ਤੋਂ ਬਿਲੋਂਗ ਕਰਦੇ ਹਾਂ ਤਾਂ ਉੱਥੇ ਇੰਨਾ ਪ੍ਰਚਾਰ ਨਹੀਂ ਹੈਗਾ, ਸਿੱਖੀ ਬਾਰੇ ਬਹੁਤ ਘੱਟ ਲੋਕੀ ਜਾਣਦੇ ਨੇ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਿੱਖੀ ਕੀ ਹੈਗਾ, ਵਾਟ ਇਜ਼ ਦ ਵੈਲਿਊ ਸਿਸਟਮ ਆਫ ਸਿੱਖਸ, ਇਤਿਹਾਸ ਕੀ ਹੈ, ਕਿਸੇ ਨੂੰ ਕੁਝ ਨਹੀਂ ਪਤਾ ਸੀਗਾ। ਸੋ ਜਦੋਂ ਮੈਂ ਪਹਿਲੀ ਵਾਰੀ ਇੱਕ ਇੰਟਰੈਕਸ਼ਨ ਹੋਇਆ ਕਿਸੇ ਸਿੱਖ ਦੇ ਨਾਲ, ਮੈਨੂੰ ਲੱਗਿਆ ਕਿ ਹਾਂਜੀ ਬੜੇ ਚੰਗੇ ਲੋਕ ਹੁੰਦੇ ਨੇ, ਸਿੱਖ ਬੜੇ ਵਧੀਆ ਹੁੰਦੇ ਨੇ, ਚੰਗੇ ਹੁੰਦੇ ਨੇ। ਟੂਰਨਾਮੈਂਟ ਦੇ ਨਾਲ ਹੋਇਆ ਸੀ, ਟੂਰਨਾਮੈਂਟ ਖੇਡਣ ਲਈ ਗਿਆ ਸੀ। ਮੇਰੇ ਓਪੋਨੈਂਟ ਜੋ ਫਾਈਟਰ ਸੀਗਾ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਮੇਰੇ ਨਾਲ ਬਿਹੇਵ ਕਰਦਾ ਪਿਆ ਸੀ, ਜਦਕਿ ਮੈਂ ਬਹੁਤ ਐਗਰੈਸ਼ਨ ਚ ਸੀਗਾ, ਬਹੁਤ ਐਂਗਰ ਚ ਸੀਗਾ। ਮੇਰੇ ਅੰਦਰ ਬੜਾ ਜ਼ਿਆਦਾ ਗੁੱਸਾ ਸੀ, ਘਮੰਡ ਬੋਲ ਸਕਦੇ ਆ, ਕਿਉਂਕਿ ਮੈਂ ਇੱਕ ਐਡਵਾਂਸ ਬਲੈਕ ਬੈਲਟ ਲੈਵਲ ਤੇ ਪਹੁੰਚ ਗਿਆ ਸੀ ਔਰ ਮੇਰੇ ਸਾਹਮਣੇ ਯੈਲੋ ਬੈਲਟ ਆਇਆ, ਤਾਂ ਇਟ ਵਾਸ देयर इन माय माइंड। ਬਟ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਡੀਲ ਕੀਤਾ, ਸੋ ਇਟ ਵਾਸ ਗੁੱਡ। So first interaction was good। फिर जब मैं मुंबई गया, then I met one गुरसिख जो है lady, और उन्होंने मैनू वो मेरे एज ए सिस्टर मैं उन्होंने मनदा हाँ, तो असी काम करते सी जब जो जॉब ते होंदे सी तदों मैनू थोड़ा थोड़ा इतिहास बारे दसदे सी, सिख इतिहास बारे, कदों गुरपुरब होंदा सी तो उहदा महत्व दसदे सीगे कि किहड़ा है सिख इतिहास की है। मैनू रीडिंग का बड़ा शौक सीगा, तो मैं होर रीडिंग करदा सी। अगर मैनू कोई टॉपिक दे दे के पंच कगार, मैं पहली बार सुने कहता तो बड़ा वधिया कॉन्सेप्ट है, फिर मैं आके बड़ा रीड किया उसके बारे, फिर क्रॉस क्वेश्चन किए। सो दैट्स हाउ मैनी डेज पास्ड बाय, और फिर लग गया कि दिस इज द गुड वे ऑफ लाइफ। उस तो पहले मैं नॉन रिलीजियस पर्सन सीगा, कोई रिलीजन फॉलो नहीं करता सीगा। एंड सॉरी टू इंटरप्ट, तो ਉਹ ਵਦੇ ਜਦੋਂ ਪਹਿਲੀ ਵਾਰੀ ਜਦੋਂ ਉਹ ਹੋਇਆ, ਮਤਲਬ ਕਿ ਇੰਟਰੈਕਸ਼ਨ ਹੋਇਆ ਤਾਂ ਬਹੁਤ ਵਧੀਆ ਲੱਗਿਆ। ਐਂਡ ਦੈਟਸ ਹਾਊ ਪਹਿਲੀ ਵਾਰੀ ਮੈਂ ਕੜਾ ਪਰਚੇਸ ਕੀਤਾ। ਦੈਨ ਆਈ ਟੁਕ ਕੇਸ਼ ਰੱਖਣੇ ਸ਼ੁਰੂ ਕੀਤੇ। ਮੈਨੂੰ ਦਸਤਾਰ ਸਜਾਣੀ ਨਹੀਂ ਆਉਂਦੀ ਸੀ, ਮੈਂ ਮੰਕੀ ਕੈਪ ਪਾਉਂਦਾ ਸੀਗਾ। ਫਿਰ ਕੈਪ ਦੇ ਨਾਲ, ਫਿਰ ਕੜੇ ਦੇ ਨਾਲ ਹੌਲੀ ਹੌਲੀ ਜੁੜਦੇ ਗੁਰਦੁਆਰਾ ਸਾਹਿਬ ਨਾਲ ਜੁੜੇ, ਸੰਗਤ ਨਾਲ ਜੁੜੇ, ਫਿਰ ਦਸਤਾਰ ਸਜਾਣੀ ਸ਼ੁਰੂ ਕੀਤੀ। ਐਂਡ ਵਨਸ ਦ ਟਾਈਮ ਕੇਮ, ਲੱਗਿਆ ਕਿ ਦਿਸ ਇਜ਼ ਦ ਰਾਈਟ ਟਾਈਮ ਟੂ ਟੇਕ ਅੰਮ੍ਰਿਤ, ਫਿਰ ਅੰਮ੍ਰਿਤ ਪਾਨ ਕੀਤਾ। ਜੀ, ਮੈਨੂੰ ਦੱਸੋ ਕਿ ਉਸ ਟਾਈਮ ਤੁਹਾਡੀ ਉਮਰ ਕੀ ਸੀ ਜਦੋਂ ਆਪ ਜੀ ਨੇ ਅੰਮ੍ਰਿਤ ਪਾਨ ਕੀਤਾ ਸੀ? ਮੈਂ ਅੰਮ੍ਰਿਤ ਪਾਨ ਕੀਤਾ ਸੀ ਐਟ ਦ ਏਜ ਆਫ 21-22 ਸਾਲ ਦੀ ਏਜ ਤੇ। ਜੀ, ਮੈਨੂੰ ਦੱਸੋ ਹੁਣ ਆਪ ਜੀ ਜਰਨੀ ਦੇ ਬਾਰੇ ਪੁੱਛਦੇ ਹਾਂ ਥੋੜਾ। ਮੈਂ ਹੁਣੇ ਵੇਖਿਆ ਆਪ ਜੀ ਦੇ ਇਸ ਤੇ ਅਖਾੜਾ ਔਨ ਵੀਲਸ, ਉਹ ਕੀ ਹੈ, ਉਹਦੇ ਬਾਰੇ ਪੂਰਾ ਐਕਸਪਲੇਨ ਕਰਕੇ ਸਾਨੂੰ ਦੱਸੋ ਕਿ ਉਹ ਹੈ ਕੀ। ਜੀ ਵਾਹਿਗੁਰੂ। ਤੇ ਅਖਾੜਾ ਔਨ ਵੀਲਸ ਇੱਕ ਪ੍ਰੋਜੈਕਟ ਹੈ ਜਿਹਦੇ ਅੰਦਰ ਅਸੀਂ ਪੂਰੀ ਭਾਰਤ ਦੀ ਯਾਤਰਾ ਕਰ ਰਹੇ ਹਾਂ। ਐਜ਼ ਆਫ ਨਾਓ ਵੀ ਆਰ ਟਰੈਵਲਿੰਗ 15 ਸਟੇਟ। तो ਇੱਧਰ ਜੋ ਪੂਰਾ ਰੂਟ ਬਣਿਆ ਹੈ, ਇੱਥੇ ਗੁਜਰਾਤ ਤੋਂ ਸ਼ੁਰੂ ਕੀਤੀ ਸੀ, ਗੁਜਰਾਤ ਤੋਂ ਫਿਰ ਭਰੂਚ, ਸੂਰਤ, ਨਾਸਿਕ ਹੁੰਦੇ ਹੋਏ ਪੁਣੇ ਗਏ, ਦੈਨ ਓਵਰ ਟੂ ਹਜੂਰ ਸਾਹਿਬ, ਨਾਂਦੇੜ, महाराष्ट्र जाके फिर तेलंगाना, कर्नाटका, तेलंगाना, देन मध्य प्रदेश, पूरा एमपी, छत्तीसगढ़, झारखंड कवर करके बिहार, यूपी, उत्तराखंड, दिल्ली, देन हिमाचल प्रदेश, एंड देन बैक टू जम्मू। तो ए वीर जी मिले सी, उन्होंने सिस्टर मिले सी, दोनों बड़े प्यारे बच्चे, ते उन्होंने रिक्वेस्ट की कि वीर जी जो तुसीं भारत यात्रा कर रहे हो, असीं जम्मू तक दा रूट बनाया सीगा कि तुसीं श्रीनगर आओगे। मैं उन्होंने दस्सिया कि उहदा रूट है नहीं। दोनों बच्चों ने रिक्वेस्ट की कि आ जाओ। फिर होर संगत दे नाल कॉन्टैक्ट होया, ऑल ऑफ देम रिक्वेस्टेड कि असीं इत्थे आइए। ਤੇ ਫਿਰ ਇੱਥੇ ਬੜਾ ਵਧੀਆ ਤਰੀਕੇ ਨਾਲ ਅਸੀਂ ਕੈਂਪ ਕਰ ਰਹੇ ਹਾਂ, ਤੇ ਹੁਣੇ ਵੀ ਸਾਰੇ ਕੈਂਪਸ ਚੱਲ ਰਹੇ ਨੇ ਫॉर 19, 20, 21, 22 ਤੱਕ ਅਸੀਂ ਕੈਂਪ ਕਰਾਂਗੇ। ਤੇ ਫਿਰ ਬਾਅਦ ਵਿੱਚ ਅਸੀਂ ਜੰਮੂ ਜਾਵਾਂਗੇ। ਸੋ ਵੀ ਆਰ ਟਰੈਵਲਿੰਗ 15 ਸਟੇਟ, 100 ਸਿਟੀਜ਼, 300 ਗੁਰਦੁਆਰਾ ਸਾਹਿਬ, 150 ਸਕੂਲ, 150 ਕਾਲਜ ਅਸੀਂ ਵਿਜ਼ਿਟ ਕਰ ਰਹੇ ਹਾਂ ਜੀ। ਤੇ ਉਹਦੇ ਅੰਦਰ ਅਸੀਂ ਸਾਰੀ ਟ੍ਰੇਨਿੰਗ ਕਰ ਰਹੇ ਹਾਂ। ਨਾਓ ਵਾਟ ਇਜ਼ ਅਖਾੜਾ ਔਨ ਵੀਲਸ? तो दास ਦਾ 22 ਸਾਲਾਂ ਦਾ ਵੱਖ-ਵੱਖ ਮਾਰਸ਼ਲ ਆਰਟ ਦਾ ਐਕਸਪੀਰੀਅੰਸ ਹੈ। ਯੂ ਨੇਮ ਐਨੀ ਮਾਰਸ਼ਲ ਆਰਟ, ਆਈ ਹੈਵ ਟੇਕਨ ਦ ਟ੍ਰੇਨਿੰਗ। ਜੋ ਮੋਸਟ ਜੋ ਫੇਮਸ ਔਰ ਕਾਮਨ ਮਾਰਸ਼ਲ ਆਰਟਸ ਹੈ ਔਰ ਇਫੈਕਟਿਵ ਮਾਰਸ਼ਲ ਆਰਟ ਹੈ, ਜਿੱਦਾਂ ਕਿ ਟਾਈਕਵਾਂਡੋ, ਉਹਦੇ ਅੰਦਰ ਬਲੈਕ ਬੈਲਟ ਹੈ, ਜੀਤ ਕੁਆਂਡੋ, ਉਹਦੇ ਅੰਦਰ ਬਲੈਕ ਬੈਲਟ ਹੈ, ਟੈਂਗ ਸ਼ੂਡੋ, ਉਹਦੇ ਅੰਦਰ ਵੀ ਬਲੈਕ ਬੈਲਟ ਹੈ। ਮਿਕਸ ਮਾਰਸ਼ਲ ਆਰਟ ਦਾ ਪ੍ਰੋਫੈਸ਼ਨਲ ਲੈਵਲ ਦਾ ਐਕਸਪੀਰੀਅੰਸ ਹੈਗਾ।
ਦੈਨ ਬਾਕਸਿੰਗ, ਕਿਕ ਬਾਕਸਿੰਗ, ਕਰਾਟੇ, ਜੂਡੋ, ਰੈਸਲਿੰਗ, ਬ੍ਰਾਜ਼ੀਲੀਅਨ ਜਿਊ-ਜਿਟਸੂ, krav maga, muay thai, ਇਹੋ ਜਿਹੇ ਵੱਖ-ਵੱਖ 22 ਸਾਲਾਂ ਤੋਂ ਮੈਂ ਵੱਖ-ਵੱਖ 15 ਤੋਂ ਵੱਧ ਮਾਰਸ਼ਲ ਆਰਟ ਦੀ ਟ੍ਰੇਨਿੰਗ ਲਿੱਤੀ। ਉਸ ਤੋਂ ਇਲਾਵਾ ਜੋ ਭਾਰਤ ਦੀ ਯੁੱਧ ਕਲਾਵਾ ਹੈਗੀ, ਜਿੱਦਾਂ ਕਿ ਸ਼੍ਰੀਨਗਰ, ਜੰਮੂ ਦੇ ਅੰਦਰ ਹੁੰਦਾ ਹੈ ਸਕੇਲ ਮਾਰਸ਼ਲ ਆਰਟ, ਫਿਰ ਰਜਪੂਤੀ ਸ਼ਸਤਰ ਵਿਦਿਆ ਹੁੰਦੀ ਹੈ ਰਜਪੂਤਾਨਾ, ਇੱਧਰ ਗੁਜਰਾਤ ਦੇ ਅੰਦਰ ਹੁੰਦੀ ਹੈ ਜੋ ਸਾਰੀ ਰਜਪੂਤ ਦੀ ਸ਼ਸਤਰ ਵਿਦਿਆ, ਫਿਰ ਉਸ ਤੋਂ ਬਾਅਦ ਮਰਾਠਾ ਸ਼ਸਤਰ ਵਿਦਿਆ, ਮਰਦਾਨੀ ਖੇਡ, ਸਾਊਥ ਦੀ ਜੋ ਸ਼ਸਤਰ ਵਿਦਿਆ ਹੈ ਯੁੱਧ ਕਲਾ ਹੈਗੀ ਕਲਰੀਪੈਡ, ਤੇ ਮਣੀਪੁਰ ਅਸਾਮ ਦੀ ਹੈਗੀ ਥਾਂਗਤਾ। ਸੋ ਇਹੋ ਜਿਹੀ ਯੁੱਧ ਕਲਾਵਾ ਪਲੱਸ ਮੈਂ ਨੇਪਾਲ, ਭੂਟਾਨ ਤੋਂ ਵੀ ਪ੍ਰੋਫੈਸ਼ਨਲ ਟ੍ਰੇਨਿੰਗ ਲਿੱਤੀ ਹੈ, ਜਿਹਦੇ ਅੰਦਰ ਅਸੀਂ ਜੋ ਵਿੰਗ ਚੁੰਗ ਟੈਕਨੀਕ ਹੈਗੀ ਉਹਦਾ ਦੀ ਸਾਰੀ ਯੁੱਧ ਕਲਾਵਾ ਦਾ ਐਕਸਪੀਰੀਅੰਸ ਲਿੱਤਾ ਹੈਗਾ। Now what is the mission ਕਿ ਅਸੀਂ ਇਹ ਸਾਰੀ ਮਾਰਸ਼ਲ ਆਰਟ ਤੇ ਸਾਰੀ ਯੁੱਧ ਕਲਾ ਨੂੰ ਕੰਬਾਈਨ ਕਰਕੇ ਇੱਕ ਇਹੋ ਜੀ ਕੰਪਲੀਟ ਜੋ ਬੋਲਦੇ ਹਾਂ ਕਿ ਇੱਕ ਟੈਕਨੀਕਸ ਦਾ ਜੋ ਸੈੱਟ ਬਣਾਇਆ ਹੈ ਆਫਟਰ ਸਟੱਡਿੰਗ 600 ਪਲੱਸ ਐਕਚੁਅਲ ਸਟਰੀਟ ਫਾਈਟ। YouTube ਤੇ ਅਸੀਂ ਦੇਖਦੇ ਹਾਂ ਕਿਤੇ ਵਾਇਰਲ ਵੀਡੀਓਜ਼ ਦੇਖਦੇ ਹਾਂ ਕਿ ਕੋਈ ਚੋਰੀ ਹੋ ਗਈ, ਕੋਈ ਨਾਈਫ ਅਟੈਕ ਹੋ ਗਿਆ, ਕਿਸੇ ਬੱਚੇ ਨੂੰ ਕਿਡਨੈਪ ਕਰ ਲਿੱਤਾ ਗਿਆ, ਇਹੋ ਜਿਹੇ ਵਾਇਰਲ ਜਦੋਂ ਕਲਿੱਪਸ ਹੁੰਦੀ ਹੈ ਤਾਂ ਅਸੀਂ ਪੂਰੀ ਕਲੈਕਟ ਕੀਤੀ ਥਰੂ YouTube, ਥਰੂ ਸਮ ਅਦਰ ਸੋਰਸਿਸ। तो वो सारी कलेक्ट करके 600 फाइट ਨੂੰ ਸਟੱਡੀ ਕੀਤਾ ਤਾਂ ਸਮਝ ਆਇਆ ਕਿ ਇਹੋ ਜਿਹੀ 20 ਅਟੈਕਸ ਨੇ ਜੋ ਸਭ ਤੋਂ ਜ਼ਿਆਦਾ ਕਾਮਨ ਹੈ ਜੀ, ਜਿੱਦਾਂ ਕਿ ਹੱਥ ਤੋਂ ਫੜ ਲੈਣਾ, ਗਲੇ ਤੋਂ ਫੜ ਲੈਣਾ, ਗਲੇ ਨੂੰ ਪਿੱਛੇ ਤੋਂ ਚੋਕ ਕਰ ਦੇਣਾ, ਪਿੱਛੇ ਤੋਂ ਕਮਰ ਤੋਂ ਫੜ ਲੈਣਾ। these are the most common attack, or using of stick or baseball bat to the head, knife ਦਾ ਸਭ ਤੋਂ common step, knife ਦਾ ਸਭ ਤੋਂ common step। so these are the most common situations। so ਇਹੋ ਜਿਹੀ ਜਦੋਂ situations create ਹੁੰਦੀ ਹੈ ਤਾਂ ਅਸੀਂ 20 techniques ਪਹਿਲੇ ਸਟੇਜ ਤੇ 20 techniques ਦੀ proper training ਦਿੰਦੇ ਹਾਂ, theoretical and practical, to every place is possible। the limitation is ਅਸੀਂ ਉਸਨੂੰ ਸੋਸ਼ਲ ਮੀਡੀਆ ਤੇ ਨਹੀਂ ਪਾ ਸਕਦੇ। ਕਿਉਂ ਨਹੀਂ ਪਾ ਸਕਦੇ? ਕਿਉਂਕਿ ਉਹਦਾ ਮਿਸਯੂਜ਼ ਹੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਬਹੁਤ ਕਾਮਨ ਹੈ, ਸਾਰੇ ਪਾਸੇ ਯੂਜ਼ ਹੋਣੀ ਸ਼ੁਰੂ ਹੋ ਜਾਏਗੀ। ਤਾਂ ਅਸੀਂ ਇਹਨੂੰ ਕਿਤੇ ਵੀ ਸੋਸ਼ਲ ਮੀਡੀਆ ਤੇ ਟੈਕਨੀਕ ਨਹੀਂ ਪਾਉਂਦੇ, ਅਸੀਂ ਸਿਰਫ ਡਿਫੈਂਸ ਦੀ ਗੱਲ ਕਰਦੇ ਹਾਂ, ਸਾਰਿਆਂ ਨੂੰ ਸਿਖਾਉਂਦੇ ਹਾਂ। ਮੋਰਓਵਰ ਜੋ ਸਾਡੀ ਪੁਰਾਤਨ ਸ਼ਸਤਰ ਵਿਦਿਆ ਹੈਗੀ, ਯੁੱਧ ਕਲਾ ਹੈ, ਜਿਹਨੂੰ ਅਸੀਂ ਲੋਹ ਮੁਸ਼ਟੀ ਬੋਲਦੇ ਹਾਂ, ਵਜਰ ਮੁਸ਼ਟੀ ਬੋਲਦੇ ਹਾਂ, ਮਰਮ ਵਿਦਿਆ ਬੋਲਦੇ ਹਾਂ, ਉਹ ਅੱਜ ਦੀ ਡੇਟ 'ਚ ਲੁਪਤ ਹੋ ਚੁੱਕੀ ਹੈ। ਬਹੁਤ ਘੱਟ ਲੋਕੀ ਜਾਣਦੇ ਨੇ, ਸ਼ਾਇਦ ਕਿਸੇ ਨੇ ਨਾਮ ਵੀ ਪਹਿਲੀ ਵਾਰੀ ਸੁਣਿਆ ਹੋਗਾ, ਹੈ ਨਾ, ਥਰੂ ਦਿਸ ਇੰਟਰਵਿਊ। ਤਾਂ ਇਹੋ ਜਿਹੀ ਯੁੱਧ ਕਲਾਵਾ ਜੋ ਹੈ ਉਹ ਲੁਪਤ ਹੋ ਚੁੱਕੀ ਹੈ, ਅਸੀਂ ਉਹਨੂੰ ਰਿਵਾਈਵ ਕਰ ਰਿਹਾ। ਵਾਟ ਵੀ ਆਰ ਪਲਾਨਿੰਗ ਇਜ਼ ਕਿ ਹਰ ਜਗ੍ਹਾ ਅਸੀਂ ਜਾਂਦੇ ਹਾਂ, ਜਿੱਥੇ ਵੀ ਗੱਤਕਾ ਕੋਚਿਸ ਹੁੰਦੇ ਨੇ, ਅਖਾੜਾ ਹੁੰਦੇ ਹੈ ਜਾਂ ਫਿਰ ਜਿਮ ਹੁੰਦੀ ਹੈ, ਸਕੂਲ ਕਾਲਜਸ ਹੁੰਦੀ ਹੈ, ਤਾਂ ਅਸੀਂ ਉਧਰ ਦੇ ਪੀ ਟੀਚਰਸ, ਸਪੋਰਟਸ ਟੀਚਰਸ ਔਰ ਗੱਤਕਾ ਟ੍ਰੇਨਰਸ ਔਰ ਐਨੀ ਅਦਰ ਮਾਰਸ਼ਲ ਆਰਟ ਟ੍ਰੇਨਰਸ, ਅਸੀਂ ਉਹਨਾਂ ਨੂੰ ਪੂਰੀ ਟ੍ਰੇਨਿੰਗ ਦਿੰਦੇ ਹਾਂ, ਕ੍ਰੈਸ਼ ਕੋਰਸ ਲਾਈਕ 2-3 days, 4 days, 5 days, 7 days ਕੋਰਸ, ਜਿਹਦੇ ਅੰਦਰ ਉਹ ਪੂਰਾ ਸਿੱਖ ਜਾਣਗੇ ਬਹੁਤ ਤੇਜ਼ੀ ਨਾਲ, ਕਿਉਂਕਿ ਆਲਰੇਡੀ ਕੋਈ ਨਾ ਕੋਈ ਮਾਰਸ਼ਲ ਆਰਟ 'ਚ ਰਿਲੇਟਡ ਹੈਗੇ। ਐਂਡ ਵਨਸ ਦੇ ਵਿਲ ਬੀ ਇਨਫ, ਜੋ ਕੈਪੇਬਲ ਇਨਫ ਔਰ ਟ੍ਰੇਨਡ ਇਨਫ ਕਿ ਉਹ ਆਗੇ ਸੰਗਤ ਨੂੰ ਟ੍ਰੇਨਿੰਗ ਕਰਾ ਸਕੇ। ਸੋ ਦੈਟਸ ਹਾਊ ਵੀ ਆਰ ਐਸਟੈਬਲਿਸ਼ਿੰਗ more than 2000 ਅਖਾੜਾ in all over India। ਜਿੱਥੇ ਅਸੀਂ ਜਾ ਰਹੇ ਹਾਂ ਉਹਨਾਂ ਨੂੰ ਅਸੀਂ ਡਿਊਟੀ ਦੇ ਰਹੇ ਹਾਂ, ਅਸੀਂ ਉਹਨਾਂ ਨੂੰ ਅਸਾਈਨ ਕਰਿਆ ਕਿ ਤੁਸੀਂ ਇੱਧਰ ਕਰੋ, ਤੁਸੀਂ ਇੱਧਰ ਕਰੋ, ਇੱਧਰ ਕਰੋ, and that's how we are establishing 2000 ਅਖਾੜਾ। now what is the reason behind this ਅਖਾੜਾ? ਕਿ ਜਿੱਦਾਂ ਅਸੀਂ ਦੇਖਦੇ ਹਾਂ ਕਿ ਕ੍ਰਾਈਮ ਸਿਚੁਏਸ਼ਨ ਇਜ਼ ਰੀਅਲੀ ਹਾਈ ਜੀ, ਠੀਕ ਹੈ। ਰੀਸੈਂਟਲੀ ਇੱਕ ਹੋਇਆ ਸੀ ਨੰਦਾ ਤੇ ਬਿਲਕੁਲ ਹੋਇਆ ਸੀਗਾ ਇਸ ਸੈਕਸ਼ੂਅਲ ਹਰੈਸਮੈਂਟ, ਤੇ ਉਸ ਤੋਂ ਇਲਾਵਾ ਜਦੋਂ ਅਸੀਂ ਦੇਖਦੇ ਹਾਂ ਨਿਰਭਇਆ ਕੇਸ ਹੋਇਆ ਸੀਗਾ 2012 ਦੇ ਅੰਦਰ। ਸੋ ਦੈਟ ਆਲ ਦ ਇਨਸੀਡੈਂਟ, ਮਤਲਬ ਕਿ ਇੰਨੇ ਜ਼ਿਆਦਾ ਹੈ ਸਟੈਟਿਸਟਿਕ, ਅਗਰ ਮੈਂ NCRB ਦੀ ਗੱਲ ਕਰਾਂ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ, ਤਾਂ ਮੋਰ ਦੈਨ 80 to 90 ਰੇਪ ਕੇਸਿਸ ਐਵਰੀ ਡੇ। ਸੋ ਇੰਨਾ ਸੋਚੋ ਕਿ ਇੰਨਾ ਜ਼ਿਆਦਾ ਇਨਸੀਡੈਂਟਸ ਹੈ, ਤਾਂ ਅਸੀਂ ਕੀ ਕਰ ਰਹੇ ਹਾਂ ਉਹਦੇ ਲਈ ਕੋਈ ਪ੍ਰੋਪਰ ਪਰਟੀਕੂਲਰ ਟ੍ਰੇਨਿੰਗ ਨਹੀਂ ਹੁੰਦੀ। ਪਰਸ ਸਨੈਚਿੰਗ, ਚੇਨ ਸਨੈਚਿੰਗ, ਮੋਬਾਈਲ ਇਜ਼ ਵੈਰੀ ਕਾਮਨ। ਸੋ ਦਿਸ ਆਲ ਸ਼ੇਕਨ ਅਪ ਮਾਈ ਲਾਈਫ, ਕਿ ਇਹਦੇ ਅੰਦਰ ਮੈਂ ਆਪਣੀ ਲਾਈਫ ਦਾ ਗੋਲ ਹੀ, ਮਿਸ਼ਨ ਹੀ ਬਣਾਇਆ ਹੈਗਾ ਕਿ ਦਿਸ ਆਈ ਨੀਡ ਟੂ ਟਰੈਵਲ ਟੂ ਇੰਡੀਆ। ਹੁਣੇ ਅਸੀਂ ਪੰਚਤਖਤ ਯਾਤਰਾ ਕਰ ਰਹੇ ਹਾਂ 15000 ਕਿਲੋਮੀਟਰ ਦੀ, ਠੀਕ ਹੈ, ਬਟ ਇਸ ਤੋਂ ਬਾਅਦ ਅਸੀਂ ਇੱਕ ਹੋਰ ਯਾਤਰਾ ਸ਼ੁਰੂ ਕਰ ਰਹੇ ਹਾਂ ਵਿਚ ਇਜ਼ 40000 ਕਿਲੋਮੀਟਰ ਆਫ ਯਾਤਰਾ, ਜਿਹਦੇ ਅੰਦਰ ਅਸੀਂ ਪੂਰੇ 4 ਕਾਰਨਰ ਆਫ ਇੰਡੀਆ ਐਂਡ ਵੀ ਆਰ ਗੋਇੰਗ ਟੂ ਟਰੈਵਲ। ਐਂਡ ਐਜ਼ ਆਫ ਨਾਓ ਇਨ ਦਿਸ ਯਾਤਰਾ ਵੀ ਵਿਲ ਟ੍ਰੇਨ ਅਰਾਊਂਡ 1 ਲੱਖ ਸਟੂਡੈਂਟਸ, ਬਟ ਉਹ ਯਾਤਰਾ ਦੇ ਅੰਦਰ ਅਸੀਂ 13 ਲੱਖ ਸਟੂਡੈਂਟ ਨੂੰ ਪ੍ਰੋਜੈਕਟ ਕਰ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਸੈਲਫ ਡਿਫੈਂਸ ਦੀ ਟ੍ਰੇਨਿੰਗ ਦਈਏ। ਮੈਨੂੰ ਤੁਸੀਂ ਜੀ ਆਪ ਜੀ ਦੱਸੋ, ਮੈਨੂੰ ਜਿਵੇਂ ਆਪ ਜੀ ਨੇ ਹੁਣੇ ਦੱਸਿਆ ਕਿ 5 ਤੱਕ ਦੀ ਯਾਤਰਾ ਵਾਸਤੇ ਤੁਸੀਂ ਨਿਕਲੇ ਹੋ, ਜਿਵੇਂ ਮੈਂ ਕਹਿਣਾ ਚਾਹਾਂਗੀ ਯੁੱਧ ਕਲਾ ਜਾਂ ਸ਼ਸਤਰ ਵਿਦਿਆ, ਆਪ ਦੱਸੋ ਕਿ ਤੁਹਾਡੇ ਦਿਮਾਗ ਵਿੱਚ ਇਹ ਸਟ੍ਰਾਈਕ ਕਿਵੇਂ ਕੀਤਾ ਕਿ ਮੈਂ 5 ਤੱਕ ਦੀ ਯਾਤਰਾ ਕਰਨੀ ਹੈ? ਕਿਵੇਂ ਆਪ ਜੀ ਦੇ ਦਿਮਾਗ ਵਿੱਚ ਇਹ ਚੀਜ਼ ਆਈ? ਜੀ, ਪਹਿਲੇ ਤੋਂ ਸਾਨੂੰ ਮਤਲਬ ਹੀ ਨਹੀਂ ਪਤਾ ਯੁੱਧ ਕਲਾ ਕੀ ਹੈ, ਸ਼ਸਤਰ ਵਿਦਿਆ ਕੀ ਹੈ। ਤੇ ਇੱਕ ਤਾਂ ਬੜੀ ਪੀੜ ਵਾਲੀ ਗੱਲ ਹੈਗੀ ਕਿ ਸਾਡੀ ਜੋ ਹੈ ਵੀ ਆਰ ਦ ਵਾਰੀਅਰ ਬਰੀਡ, ਹੈ ਨਾ, ਸੰਤ ਸਿਪਾਹੀ ਹੈਗੇ ਆ ਅਸੀਂ, ਤੇ ਸਾਡੇ ਧਰਮ ਦੇ ਅੰਦਰ, ਸਿੱਖ ਧਰਮ ਦੇ ਅੰਦਰ ਤੋਂ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਬਾਣੀ ਤੇ ਬਾਣਾ ਦੋਨਾਂ ਨੂੰ। ਤੇ ਅਸੀਂ ਕहीं ਨਾ ਕहीं ਇਸ ਪਾਸੇ ਤੋਂ ਥੋੜਾ ਜਿਹਾ ਵਿਸਰ ਰਹੇ ਹਾਂ ਕਿ ਬਾਣੇ ਦਾ ਜੋ ਹੈ ਪ੍ਰਚਾਰ ਨਹੀਂ ਹੋ ਰਿਹਾ, ਯੁੱਧ ਕਲਾ ਦੀ ਗੱਲ ਨਹੀਂ ਹੋ ਰਹੀ, ਫਿਟਨੈਸ ਦੀ ਔਰ ਜੋ ਸਟਰੈਂਥ ਜੋ ਬੋਲਦੇ ਆ ਵਾਰੀਅਰ ਸਟਰੈਂਥ, ਉਹਦੀ ਗੱਲ ਨਹੀਂ ਹੋ ਰਹੀ। ਐਂਡ ਨਾਓ ਡੇਸ ਆਈ ਫੀਲ ਕਿ ਜਿਮ ਦੇ ਅੰਦਰ ਕੀ ਹੁੰਦਾ ਹੈਗਾ ਕਿ ਲਾਊਡ ਮਿਊਜ਼ਿਕ ਕਨਸੈਪਟ ਕੀ ਹੈਗਾ ਕਿ ਟੂ
ਮੇਕ ਰੀਅਲੀ ਅਟਰੈਕਟਿਵ ਬੋਡੀ ਹੈ ਨਾ, ਬਹੁਤ ਅਟਰੈਕਟਿਵ बनना, ਮਿਰਰ ਦੇ ਅੰਦਰ ਦੇਖ ਕੇ ਆਪਣੀ ਬੋਡੀ ਨੂੰ ਫਿਜ਼ਿਕ ਨੂੰ ਵਾਰੀ-ਵਾਰੀ ਦੇਖ ਕੇ ਵਧੀਆ ਹੈ ਮੇਰੇ ਬਾਈਸੈਪਸ ਟ੍ਰਾਈਸੈਪਸ ਇਦਾਂ ਬਣ ਗਿਆ, ਆਲ ਫॉर ਗਰਲਸ ਐਂਡ ਬॉयਜ਼ ਬੋਥ, ਰਾਈਟ। ਬਟ ਸਾਡਾ ਕਨਸੈਪਟ ਐ ਨਹੀਂ ਹੈਗਾ। ਸਾਡਾ ਕਨਸੈਪਟ ਕੀ ਹੈਗਾ, we do bodybuilding to protect someone, not to attract someone। तो ਇਹ ਸਾਡਾ ਕੋਰ ਹੀ ਅਲੱਗ ਹੋ ਗਿਆ ਪਹਿਲੀ ਗੱਲ ਤੋਂ। ਤੇ ਨਾਲ ਜਿੱਦਾਂ ਮੈਂ ਦੱਸਿਆ ਕਿ ਇਹ ਸਾਰਾ ਜੋ ਇਨਸੀਡੈਂਟ ਹੋਏ ਸੀ, ਜਦੋਂ ਮੈਂ ਪਹਿਲੀ ਵਾਰੀ ਸੁਣਿਆ ਸੀ ਅਬਾਊਟ ਦ ਨਿਰਭਇਆ ਰੇਪ ਕੇਸ, ਤੋਂ ਇੰਨਾ ਬਰੂਟਲ ਅਟੈਕ ਸੀਗਾ, तो मैं 6 रात तो सो नहीं पाया वो सुन के। एंड दैट वाज द पार्ट ऑफ माई लाइफ। बड़ी यंग एज ਸੀਗੀ ਮੇਰੀ ਉਸ ਟਾਈਮ ਤੇ। ਮੈਂ ਲੱਗਿਆ ਕਿ ਮੈਂ ਕੀ ਕਰ ਰਹਾ ਆਪਣੀ ਲਾਈਫ ਦੇ ਨਾਲ, what I'm doing with my life, ਕਿ ਕਿਵੇਂ ਅਸੀਂ ਅੱਗੇ ਹੋਰ ਕਰਾਂਗੇ ਨਹੀਂ ਕਰਾਂਗੇ, ਕੁਝ ਸਮਝ ਨਹੀਂ ਆ ਰਿਹਾ ਸੀ ਉਹ ਸੁਣ ਕੇ। ਤੇ ਲੱਗਿਆ ਕਿ ਹੁਣ ਕੁਝ ਕਰਨਾ ਚਾਹੀਦਾ ਹੈ ਫॉर ਦਿਸ। ਤੇ ਅਸੀਂ ਬੋਲਦੇ ਨਾ ਬੜੇ ਸਾਰੇ ਲੋਕੀ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ, ਵੱਡੀ ਵੱਡੀ ਗੱਲਾਂ ਕਰਦੇ ਆ, ਬਟ ਉਹ ਨਹੀਂ ਕਰਦੇ ਔਰ ਉਹ ਬੈਠੇ ਰਹਿੰਦੇ ਨੇ ਕਿ ਸਾਨੂੰ ਅਪੋਰਚੁਨਿਟੀ ਨਹੀਂ ਮਿਲੀ, ਉਹ ਨਹੀਂ ਮਿਲੀ। I believe that we should think high, है ना sir, think big, start small, act now, शुरू कर देना है। and that's how action taking जो है वो मेरी जो है एक kind of positive habit है कि मैं तुरंत action लेना किसी भी जो है ਉਹਦੇ ਅੰਦਰ। and quick action ਦੇ ਨਾਲ ਉਸ ਟਾਈਮ ਮੈਂ ਟ੍ਰੇਨਿੰਗ ਸ਼ੁਰੂ ਕੀਤੀ ਸੀ ਜਿੱਥੇ ਵੀ opportunity ਮਿਲੀ। ਨਾਓ ਇਹਦੇ ਅੰਦਰ ਹੋਇਆ ਕਿ ਜਿੱਥੇ ਵੀ ਮੈਂ ਜਾਣਾ ਸੀ, ਕਿੱਥੇ ਮੈਨੂੰ ਲੀਵ ਦੇ ਲਈ ਐਪਲੀਕੇਸ਼ਨ ਮਿਲਦੀ ਸੀਗੀ ਕਿ ਹਾਂ ਚਲੋ ਮੈਂ ਜਿੱਥੇ ਜੌਬ ਕਰ ਰਿਹਾ ਸੀ ਕਿ ਮੈਨੂੰ 10 ਡੇਜ਼ ਦੀ ਲੀਵ ਦੇ ਦਿਓ, 15 ਦਿਨ ਦੀ ਲੀਵ ਦੇ ਦਿਓ, तो दे देंगे सी। फिर उस तो बाद ਜਦੋਂ ਨੈਕਸਟ ਬਣ ਜਾਂਦੇ ਸੀ ਤੇ ਫਿਰ ਉਹ ਨਹੀਂ ਮਿਲਦੀ ਸੀ ਇੰਨੀ ਲੀਵ, ਫਿਰ ਅਨਫੋਰਚੂਨੇਟਲੀ ਫਿਰ ਕੀ ਕਰਨਾ ਪੈਂਦਾ ਸੀ, ਲੀਵ ਐਪਲੀਕੇਸ਼ਨ ਵਾਪਸ ਲੋ, ਰੈਜ਼ਿਗਨੇਸ਼ਨ ਪਾਓ। ਸੋ ਦੈਟਸ ਹਾਊ ਆਈ ਹੈਵ ਲੈਫਟ ਮੈਨੀ ਜੌਬ। ਤੇ ਉਹ ਸਾਰਾ ਛੱਡ ਕੇ ਰੀਸੈਂਟਲੀ ਵੀ ਮੈਂ ਜਦੋਂ ਇੱਕ ਜੌਬ ਤੇ ਹੋਲਡ ਤੇ ਪਾ ਦਿੱਤਾ। ਪਹਿਲੇ ਅਸੀਂ ਬੋਲਿਆ ਸੀ ਕਿ 3 ਮਹੀਨੇ ਬਾਅਦ ਆਵਾਂਗੇ, ਹੁਣ 6 ਮਹੀਨੇ ਹੋ ਗਏ, ਹੁਣ ਨਹੀਂ ਪਤਾ ਅਸੀਂ ਵਾਪਸ ਜੁਆਇਨ ਕਰਾਂਗੇ ਨਹੀਂ ਕਰਾਂਗੇ। ਹੋ ਸਕਦਾ ਅਸੀਂ ਸਾਲ 1.5 ਸਾਲ ਹੋਰ ਐਕਸਟੈਂਡ ਕਰ ਲਈਏ ਕਿਉਂਕਿ ਭਾਰਤ ਯਾਤਰਾ ਵੀ ਕਰਨੀ ਹੈਗੀ। ਸੋ ਵੀ ਨੈਵਰ ਨੋ दैट। तो that mission is important for me, money never motivate me, cause or mission motivates me। और वही मिशन लेके चले हाँ। and that's how we started this journey कि अभी भारत यात्रा ऐसी करांगे। now this you are talking about कि अखाड़ा on wheels ਦੇ ਅੰਦਰ ਜੋ ਅਸੀਂ ਇਹ ਭਾਰਤ ਯਾਤਰਾ ਕਰ ਰਹੇ ਹਾਂ, ਉਹਦੇ ਪਿੱਛੇ ਦਾ ਕੋਰ ਪਰਪਸ ਕੀ ਹੈਗਾ ਕਿ ਕੋਰ ਪਰਪਸ ਇਹੀ ਹੈ ਕਿ ਸੰਗਤ ਨੂੰ ਨੰਬਰ 1 ਫਿਟਨੈਸ ਦੇ ਰਾਹੀਂ ਐਮਪਾਵਰ ਕਰਨਾ, ਨੰਬਰ 2 ਸੈਲਫ ਡਿਫੈਂਸ ਦੇ ਰਾਹੀਂ ਐਮਪਾਵਰ ਕਰਨਾ, ਤੇ ਨੰਬਰ 3 ਜੋ ਹੈ ਜੋ ਬੱਚੇ ਗੁਰਦੁਆਰਾ ਤੋਂ ਦੂਰ ਰਹਿੰਦੇ ਨੇ ਜਾਂ ਜੁੜਦੇ ਨਹੀਂ ਹੈ। ਐਂਡ एवरीवन इज ਕੰਪਲੇਨਿੰਗ ਕਿ ਸਾਡੀ ਯੰਗ ਜਨਰੇਸ਼ਨ ਹੈ, ਯੰਗ ਬਲੱਡ ਹੈ, ਇਜ਼ ਨਾਟ ਜੁਆਇਨਿੰਗ ਦ ਗੁਰਦੁਆਰਾ ਸਾਹਿਬ। ਕਿਉਂ ਕਿ ਅਸੀਂ ਉਹਨਾਂ ਨੂੰ ਉਹ ਮਾਹੌਲ, ਉਹ এনवायरमेंट ਪ੍ਰੋਵਾਈਡ ਨਹੀਂ ਕਰਦੇ। ਅਸੀਂ ਉਹੀ ਟ੍ਰੈਡੀਸ਼ਨਲ ਵੇ ਤੋਂ ਚੱਲੇ ਆ ਰਹੇ ਹਾਂ ਬਟ ਉਹ ਨਹੀਂ ਹੋ ਰਿਹਾ। ਬਟ ਅਗਰ ਜੇ ਅਸੀਂ ਅਖਾੜੇ ਦਾ ਸੈਟਅਪ ਕਰਦੇ ਹਾਂ, ਵਧੀਆ ਤਰੀਕੇ ਨਾਲ ਸਾਰਾ ਕੁਝ ਕਰਦੇ ਹਾਂ, ਬੱਚਿਆਂ ਨੂੰ ਲਾਉਂਦੇ ਹਾਂ, ਉਹਨਾਂ ਦੀ ਪਸੰਦੀਦਾ ਐਕਟੀਵਿਟੀਜ਼ ਜੋ ਹੁੰਦੀ ਹੈ ਫਿਟਨੈਸ ਐਕਟੀਵਿਟੀਜ਼ ਦੇ ਨਾਲ ਅਸੀਂ ਉਹਨਾਂ ਦੀ ਜੋ ਕਮਿਊਨਿਟੀ ਔਰ ਗਰੁੱਪ ਬਣਾਵਾਂਗੇ ਔਰ ਉਹਨਾਂ ਦੇ ਵਰਗੇ ਯੰਗ ਉਹ ਉਹਨਾਂ ਦੇ ਮਾਡਲਸ ਹੋਣਗੇ, ਇੰਸਪੀਰੇਸ਼ਨਸ ਹੋਣਗੇ, ਆਈਡਲਸ ਹੋਣਗੇ, ਤਾਂ ਉਹ ਕੀ ਕਰਨਗੇ ਕਿ ਹਾਂਜੀ ਅਸੀਂ ਵੀ ਇੱਦਾਂ ਕਰਨਾ ਹੈ, ਅਸੀਂ ਵੀ ਫਿਟ ਰਹਿਣਾ ਹੈ, ਅਸੀਂ ਵੀ ਵਧੀਆ ਤਰੀਕੇ ਨਾਲ ਕਰਨਾ ਹੈ, ਆਪਣੇ ਸਰੂਪ ਦੇ ਨਾਲ ਕੰਪਰੋਮਾਈਜ਼ ਨਹੀਂ ਕਰਨਾ ਕਦੀ। ਸੋ ਦੈਟਸ ਹਾਊ ਵੀ ਆਰ ਮੂਵਿੰਗ ਟੂ ਈਚ ਐਂਡ ਐਵਰੀ ਗੁਰਦੁਆਰਾ ਸਾਹਿਬ। ਐਂਡ ਆਈ ਐਮ ਸਪਰੈਡਿੰਗ ਮਾਈ ਜਰਨੀ ਕਿ ਬੀਇੰਗ ਅ ਸਿੱਖ, ਭਾਵੇਂ ਮੈਂ ਨੈਸ਼ਨਲ ਟੀਵੀ ਤੇ ਗਿਆ, ਮੈਂ ਇੰਟਰਨੈਸ਼ਨਲ ਜੋ ਚੈਨਲ ਤੇ ਵੀ ਗਿਆ, ਸ਼ੋਅ ਤੇ ਵੀ ਗਿਆ, ਬਟ ਕਦੀ ਵੀ ਮੈਂ ਇਸ ਸਰੂਪ ਨੂੰ ਕੰਪਰੋਮਾਈਜ਼ ਨਹੀਂ ਕੀਤਾ ਔਰ ਉਹਦੇ ਨਾਲ ਵੀ ਵਧੀਆ ਤਰੀਕੇ ਨਾਲ ਮੈਂ ਸਾਰੇ ਟਾਸਕ ਤੋਂ ਲੈ ਕੇ ਸਾਰਾ ਕੁਝ ਕਰ ਪਾਇਆ, ਮੈਨੂੰ ਕੋਈ ਇਹਦਾ ਕੋਈ ਦਿੱਕਤ ਨਹੀਂ ਆਈ। ਸੋ this is positive message we are spreading in across the world, across the India, and later on also we are going to travel around 10 to 15 countries in next 5 to 7 years। ਜਿਹਦੇ ਅੰਦਰ ਅਸੀਂ ਸਾਰੀ ਇਹੀ ਅਖਾੜਾ ਔਨ ਵੀਲਸ ਪ੍ਰੋਜੈਕਟ ਲੈ ਕੇ ਹੋਰ ਕੰਟਰੀਜ਼ ਦੇ ਅੰਦਰ ਵੀ ਇਹੀ ਸੇਮ ਮਾਡਲ ਜੋ ਹੈ ਉਹਨੂੰ ਇੰਪਲੀਮੈਂਟ ਕਰਾਂਗੇ। ਜੀ ਭਾਈ ਸਾਹਿਬ ਜੀ ਮੈਨੂੰ ਦੱਸੋ ਕਿ ਇੱਕ ਹੋਰ ਮੇਰਾ ਇੱਕ ਸਵਾਲ ਹੈ ਕਿ ਜਿਵੇਂ ਆਪ ਜੀ 5 ਤੱਕ ਯਾਤਰਾ ਤੇ ਨਿਕਲੇ, ਠੀਕ ਹੈ, ਇੱਕ ਹੋਰ ਮੈਨੇਜ ਕਿਵੇਂ ਕਰਦੇ ਹੋ ਇਹਨੇ ਸਾਰੇ, ਮਤਲਬ ਕਿਰਾਇਆ ਕੁਝ ਮੈਨੇਜ ਕਿਵੇਂ, ਮਨੀ ਨੂੰ ਕਿਵੇਂ ਕਰਦੇ ਹੋ, ਮਤਲਬ ਮੈਨੇਜ ਕਿਵੇਂ ਆਪ ਜੀ ਇਸ ਯਾਤਰਾ 'ਚ ਚੱਲੇ ਹੋ, ਐਕਸਪੈਂਸ ਕਿਵੇਂ ਆਉਂਦੇ ਨੇ, ਮਤਲਬ ਆਪ ਜੀ ਨੂੰ ਹੈਗਾ ਕੁਝ ਸੇਵਿੰਗਸ ਤੇ ਆਪਣੀ ਸੇਵਿੰਗਸ ਤੇ ਕਰ ਰਹੇ ਹੋ ਕਿ ਕੋਈ ਆਪ ਜੀ ਨੂੰ ਕਰ ਦੇ ਰਿਹਾ ਕੁਝ ਵਗੈਰਾ ਵਗੈਰਾ, ਤੇ ਉਹ ਉਹਦੇ ਨਾਲ ਕਰ ਰਹੇ ਹੋ? ਹਾਂਜੀ ਦੇਖੋ 3 टाइप्स ऑफ पीपल आर देयर। ਹਾਂਜੀ ਠੀਕ ਹੈ, 3 ਤਰੀਕੇ ਦੇ ਲੋਕੀ ਹੁੰਦੇ ਨੇ, ਅਦਮ, ਮਧਿਅਮ, ਉੱਤਮ। ਸਭ ਤੋਂ ਲੋ ਕੁਆਲਿਟੀ ਦੇ ਹੁੰਦੇ ਨੇ ਨਾ, ਉਹ ਕੀ ਸੋਚਦੇ ਨੇ ਕਿ ਭਈ ਮੇਰਾ 5 ਰੁਪਏ ਦਾ ਫਾਇਦਾ ਹੋ ਜਾਏ, ਅਗਲੇ ਦਾ 500 ਦਾ ਨੁਕਸਾਨ ਹੈ, ਮੈਨੂੰ ਕੀ। ਬਿਲਕੁਲ ਹਾਂ, ਉਹ ਦਿਸ ਸਾਈਡ ਆਫ ਪੀਪਲ। तो ਉਹ ਪਹਿਲੇ ਪੀਪਲ ਹੋ ਗਏ ਹੈ ਨਾ, ਉਹ ਬਹੁਤ ਕਮ ਹੁੰਦੇ ਨੇ, ਦ ਬੈਡ ਪੀਪਲ ਵੀ ਕੈਨ ਸੇ। ਜੀ ਬਿਲਕੁਲ। ਫਿਰ ਕੋਈ ਹੁੰਦਾ ਹੈਗਾ ਕਿ ਭਈ ਮੈਂ ਭਲਾ, ਮੇਰਾ ਘਰ ਭਲਾ। ਹਾਂਜੀ ਠੀਕ ਹੈ, मी माई प्रॉफिट माई मनी। हाँ ਤੁਹਾਡਾ ਹੋ तो हो, ना हो तो ना हो। तो ਉਹਨਾਂ ਦਾ ਦਾਇਰਾ ਲਿਮਿਟਡ ਟੂ ਦ ਪੀਪਲ surrounded with them, like their core family members। 4-5 ਮੈਂਬਰ ਦੀ ਫੈਮਿਲੀ ਹੋ ਗਈ, ਬਸ ਉਹਨਾਂ ਦਾ ਭਲਾ ਕਰਨਾ ਹੈਗਾ। ਪੀਪਲ ਆਰ ਦ ਮੀਡੀਓਕਰਸ, ਉਹ ਕੀ ਸੋਚਦੇ ਨੇ ਕਿ ਹਾਂਜੀ ਵੀ ਮੇਰਾ ਭਲਾ ਹੋ ਗਿਆ, ਹੋਰ ਕਿਸੇ ਦਾ ਭਲਾ। ਬਟ ਜਿੰਨੇ ਵੀ ਲੀਡਰਸ ਹੋ ਗਏ ਵਰਲਡ ਲੈਵਲ ਦੇ, ਹਾਂ I'm not talking about the ਗੁਰੂ ਸਾਹਿਬ ਦੇ ਨਾਲ ਉਹਨਾਂ ਨੂੰ ਕੰਪੈਰੀਜ਼ਨ ਨਹੀਂ ਕਰ ਸਕਦੇ ਹੈ ਨਾ ਇਨਸਾਨਾਂ ਦੇ ਨਾਲ। ਬਟ ਅਗਰ ਮੈਂ ਗੱਲ ਦੱਸਾਂ ਕਿ ਜਿੰਨੇ ਵੀ ਮਹਾਨ ਲੀਡਰਸ ਹੋ ਗਏ, ਭਾਵੇਂ ਜੋ ਹੈ ਗਾਂਧੀ ਜੀ ਹੋ ਗਏ,
झांसी की रानी हो गई, छत्रपति शिवाजी हो गए, है ना। कोई किसी ने इनविटेशन दिता सी, वो एक मुट्ठी अपना नमक का कायदा को तोड़न लिए उन्होंने की कितना ट्रैवल किया, डांडी मार्च करती एंड लैक्स ऑफ पीपल, थाउजेंड्स ऑफ पीपल जुड़ गए, है ना। देन और जिन्ने भी फ्रीडम फाइटर सीगे उन्होंने की किया, दे सैक्रिफाइस समथिंग टू फॉर द बेटरमेंट ऑफ द सोसाइटी। उन्होंने अपने सिर्फ कोर मैंबर की गल नहीं की। सो दिस इज हाउ आई स्ट्रांगली फील। आई एम नॉट सेइंग कि अब मैं कोई बड़ा लीडर हाँ, बट मैनू महाराज ने नहीं सोची बख्शी कि ਇਹ ਬੱਚੀਆਂ ਇੰਨੀ ਸਫਰ ਕਰ ਰਹੀ ਹੈ, ਉਹਨਾਂ ਦੇ ਲਈ ਕੋਈ ਐਕਸ਼ਨ ਨਹੀਂ ਹੋ ਰਹਾ, that I have to do something for that। एंड ਉਹਦੇ ਲਈ ਮੈਂ ਆਪਣੀ ਸੇਵਿੰਗ ਲਗਾਈ। ਟੂ ਬੀ ਓਨੈਸਟ, ਇਸ ਪ੍ਰੋਜੈਕਟ ਦੇ ਲਈ ਮੈਂ ਆਪਣੀ ਸੇਵਿੰਗ ਤੋਂ ਅਰਾਊਂਡ 11 ਲੱਖ ਰੁਪਏ ਲਗਾਏ ਨੇ। ਗੱਡੀ ਦੀ ਐਕਸਪੈਂਸ ਔਰ ਸੈਲਰੀ ਦਾ ਲਾਸ ਅਲੱਗ, ਅਰਾਊਂਡ 11 ਲੱਖ ਦੀ ਸੈਲਰੀ ਸੀ ਕਿ ਚਲੋ 6 ਮਹੀਨੇ ਦਾ ਲਾਸ ਅਲੱਗ ਗਿਣ ਲਿਆ ਸੀ, ਠੀਕ ਹੈ। तो वो सारा कुछ करके ਅਸੀਂ ਨਿਕਲ ਗਏ ਯਾਤਰਾ ਤੇ। ਸਟਾਰਟਿੰਗ 'ਚ ਸਾਡੇ ਕੋਲ ਕਾਫੀ ਸੇਵਿੰਗ ਸੀਗਾ, ਤਾਂ ਉਹਦੇ ਨਾਲ ਅਸੀਂ ਯਾਤਰਾ ਕਰਦੇ ਰਹੇ, ਬਟ ਅਸੀਂ ਸੋਚਿਆ ਸੀ 3 ਮੰਥ ਦਾ ਪ੍ਰੋਜੈਕਟ, ਨਾਓ ਇਟਸ ਐਕਸਟੈਂਡਡ ਟੂ 6 ਮੰਥ ਪ੍ਰੋਜੈਕਟ। ਵੀ ਡਿਡਨਟ ਹੈਵ ਦ ਰਿਜ਼ਰਵ ਫੰਡ ਰਾਈਟ ਨਾਓ। ਸਾਡੇ ਕੋਲ ਇੰਨਾ ਫੰਡ ਨਹੀਂ ਹੈਗਾ, ਹਾਰਡਲੀ ਸਾਡੇ ਕੋਲ ਜਿੰਨਾ ਫੰਡ ਹੋਗਾ ਉਹ ਪੈਟਰੋਲ ਜਿੰਨਾ ਹੈਗਾ, ਉਸ ਤੋਂ ਇਲਾਵਾ ਜਿੰਨੇ ਵੀ ਖਰਚੇ ਹੈਗੇ, ਘਰ ਦੇ ਖਰਚੇ ਹੈਗੇ, ਇਟਸ ਆਲ ਔਨ ਅ ਸਟੇਕ ਰਾਈਟ ਨਾਓ ਕਿ ਕहीं ਨਾ ਕहीं ਉਹ ਮੁਸ਼ਕਿਲ ਹੈਗਾ। तो ਅਸੀਂ ਸੰਗਤ ਨੂੰ ਇਹੀ ਅਸੀਂ ਮੈਸੇਜ ਦੇਵਾਂਗੇ ਥਰੂ ਦਿਸ ਵੀਡੀਓ ਕਿ ਇਹੋ ਜਿਹੇ ਜਦੋਂ ਉਪਰਾਲੇ ਹੁੰਦੇ ਨੇ, ਨਿਸ਼ਕਾਮ ਸੇਵਾ ਹੈਗੀ, ਨੋ ਡਾਊਟ ਅਸੀਂ ਬਿਲਕੁਲ ਜੈਨੂਇਨ ਕੰਮ ਕਰ ਰਹੇ ਹਾਂ। ਫਾਦਰ ਇਜ਼ ਅਲੋਨ ਓਵਰ देयर ਇਨ ਗੁਜਰਾਤ, ਠੀਕ ਹੈ। ਉਹ ਆਪਣਾ ਜਵੈਲਰੀ ਦਾ ਜੋ ਹੈ ਸ਼ਾਪ ਵਗੈਰਾ ਸਾਰਾ ਕੁਝ ਉਹ ਚਲਾ ਰਹੇ ਨੇ ਤੇ ਇਕੱਲੇ ਹੈਗੇ। ਮਾਤਾ ਜੀ ਮੇਰੇ ਨਾਲ ਹੈ ਪਿਛਲੇ 4 ਮਹੀਨੇ ਤੋਂ ਕੰਟੀਨਿਊਸ ਡਰਾइविंग इन अ कार। 5 days बैक मेरा ब्रदर भी अपनी जॉब रिजाइन करके आ गया। ही इज ऑल्सो डूइंग सेवा कि मैं फिजियोथेरेपिस्ट हाँ, मैं भी फिटनेस एक्सपर्ट हाँ, तो आई विल सपोर्ट यू थ्रू आउट दिस। एंड पता नहीं आगे होर 1 साल तक उन्हें ओदा ही करनी है सेवा। सो दिस इज व्हाट फैमिली इज ऑल्सो सपोर्टिंग, और सारे एको ही मिशन ते जुड़े हाँ। एंड नॉट जस्ट कि ਅਸੀਂ 2-4 ਮਹੀਨੇ ਤੋਂ ਸ਼ੁਰੂ ਕੀਤਾ, ਪਿਛਲੇ 15 ਸਾਲ ਤੋਂ ਇਹੀ ਰੂਟੀਨ ਹੈ ਸਾਡਾ। ਜੀ ਜੀ ਠੀਕ। ਆਖਰੀ ਸਵਾਲ ਜੀ ਵਾਹਿਗੁਰੂ ਜੀ, ਮੈਨੂੰ ਦੱਸੋ ਕਿ ਹੁਣ ਕਿਉਂਕਿ ਜ਼ਿਆਦਾਤਰ ਕੇਸਿਸ ਜਿਹੜੇ ਨੇ ਨਾ, ਜ਼ਰੂਰੀ ਕਿ ਜ਼ਿਆਦਾਤਰ ਕੇਸਿਸ ਇਹਨਾਂ ਤੇ ਹੀ ਹੋ ਰਹੇ, ਵੂਮਨਸ ਤੇ ਹੋ ਰਹੇ ਨੇ, है ना। ਜਿੱਥੇ ਵੀ ਜਾਈਏ, ਜਿਹੜਾ ਅਭਿਨਵ ਸੇ ਪਿਛਲੇ ਹਾਈਲਾਈਟ ਹੋਏ ਸੀ ਕੇਸ ਝਾਰਖੰਡ ਦੇ ਅੰਦਰ, ਉਹਦੇ ਤੇ ਹੋਇਆ ਸੀ। ਅਤੇ ਆਪ ਜੀ ਇਸ ਟਾਈਮ ਕਸ਼ਮੀਰ ਆਏ ਹੋ, ਤੇ ਆਪ ਵੀ ਮੈਨੂੰ ਦੱਸੋ ਕਿ ਪਹਿਲੇ ਇਹਦੇ ਬਾਰੇ ਦੱਸੋ ਕਿ ਕੇਸਿਸ ਦੇ ਬਾਰੇ, ਜ਼ਿਆਦਾ ਵੂਮਨਸ ਤੇ ਕਿਵੇਂ ਬਚਣਾ ਹੈ, ਕਿਵੇਂ ਕੀ ਕਰਨਾ ਹੈ, ਉਹ ਆ ਵੀ ਦੱਸੋ। ਅਤੇ ਮੈਨੂੰ ਦੱਸੋ ਕਿ ਜਿਹੜੇ ਕਸ਼ਮੀਰ ਤੋਂ ਬਤਾਓ ਕਿੱਥੇ ਜਾਣਾ ਹੈ, ਉਹ ਵੀ ਦੱਸੋ ਸਾਰਾ ਜੀ। ਵਿਮਨਸ ਦੇ ਅੰਦਰ ਸਭ ਤੋਂ ਜ਼ਿਆਦਾ ਟਾਰਗੇਟਡ ਜੋ ਏਜ ਹੁੰਦੀ ਹੈ ਉਹ 12 ਸਾਲ ਤੋਂ 40 ਸਾਲ ਤੱਕ ਦੀ। सो वंस द गर्ल इज ऑन 13, क्योंकि उस टाइम उन्हें कल्ले ट्रैवल करना शुरू कर देना है, बस से जाना, स्कूल बस से जाना, पब्लिक ट्रांसपोर्ट से जाना। 98% ऑफ रेप्स आर कमिटेड बाय समवन नोन। 98%। सोचो कि कितना ज्यादा स्टैटिस्टिक है, कोई अनजान नहीं होगा थोड़े नेड़े तेड़े। दोज हु नो द रूटीन, जिन्होंने पता है कि बच्चे इधर जा रही है, इधर आ रही है, कॉन्टैक्ट से है नहीं है।